ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਦਰਸ਼ਕਾਂ ਦਾ ਇਸ ਪੰਜਾਬੀ ਬੁਲੇਟਿਨ 'ਚ ਸਵਾਗਤ ਹੈ ਤੇ ਆਓ ਨਜ਼ਰ ਮਾਰਦੇ ਹਾਂ ਕੁਝ ਖਾਸ ਖਬਰਾਂ ਤੇ। ਖੇਤੀ ਬਿੱਲਾਂ ਦਾ ਵਿਰੋਧ ਜਾਰੀ। ਵਿਰੋਧੀ ਦਲਾਂ ਦੇ ਸੰਸਦ ਮੈਂਬਰ ਨੇ ਸੰਸਦ ਕੰਪਲੈਕਸ ਵਿੱਚ ਖੇਤੀ ਬਿੱਲ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਕਿਹਾ ਕਿਸਾਨ ਮਾਰੂ ਬਿੱਲ ਬਰਦਾਸ਼ਤ ਨਹੀਂ ਕੀਤੇ ਜਾਣਗੇ। ਕਾਂਗਰਸੀ ਆਗੂ ਨਵਜੋਤ ਸਿੱਧੂ ਕਿਸਾਨ ਬਿੱਲ ਦੇ ਵਿਰੋਧ ਵਿੱਚ ਅੰਮ੍ਰਿਤਸਰ ਵਿੱਚ ਸੜਕ ਤੇ ਉਤਰੇ ਨੇ। ਕਿਹਾ ਕਿਸਾਨਾਂ ਵਿਰੋਧੀ ਫੈਸਲੇ ਮਨਜ਼ੂਰ ਨਹੀਂ ਕੀਤੇ ਜਾਣਗੇ। ਭਾਰਤ 'ਚ ਮਹਾਮਾਰੀ ਦਾ ਕਹਿਰ ਜਾਰੀ। ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਆਏ 83,000 ਤੋਂ ਵੱਧ ਮਾਮਲੇ। ਕੁੱਲ ਮਾਮਲਿਆਂ ਦੀ ਤਾਦਾਦ 56 ਲੱਖ ਤੋਂ ਪਾਰ। ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਖੇਤੀਬਾੜੀ ਬਿੱਲ ਖਿਲਾਫ ਵਿਰੋਧੀ ਪਾਰਟੀਆਂ ਦੇ ਆਗੂ ਲਗਾਤਾਰ ਹਮਲਾਵਰ ਹੈ। ਇਸ ਦੇ ਤਹਿਤ ਵਿਰੋਧੀ ਦਲਾਂ ਦੇ ਸੰਸਦ ਮੈਂਬਰ ਨੇ ਸੰਸਦ ਕੰਪਲੈਕਸ ਵਿੱਚ ਖੇਤੀ ਬਿੱਲ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਵਿਰੋਧ ਮਾਰਚ ਵਿੱਚ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਦੇ ਡੇਰਕੇ ਓ ਬ੍ਰਾਇਨ ਤੇ ਸਮਾਜਵਾਦੀ ਪਾਰਟੀ ਦਾ ਜਯਾ ਬਚਨ ਸਣੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਕਿਸਾਨ ਬਚਾਓ, ਮਜ਼ਦੂਰ ਬਚਾਏ, ਲੋਕਤੰਤਰ ਬਚਾਏ ਵਰਗੇ ਨਾਅਰੇ ਲਾਏ ਨੇ ਤੇ ਤਖਤੀਆਂ ਵੀ ਲਹਿਰਾਈਆਂ। ਉਹਨਾਂ ਨੇ ਸੰਸਦ ਕੰਪਲੈਕਸ 'ਚ ਗਾਂਧੀ ਪ੍ਰਤਿਮਾ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਬਾਅਦ ਵਿੱਚ ਕੰਪਲੈਕਸ 'ਚ ਇੱਕ ਮਾਰਚ ਵੀ ਕੱਢਿਆ। ਇਸ ਤੋਂ ਪਹਿਲਾਂ ਵੱਖ-ਵੱਖ ਦਲਾਂ ਦੇ ਵਿਰੋਧੀ ਸੰਸਦ ਕੰਪਲੈਕਸ ਜਿਨ੍ਹਾਂ ਨੇ ਰਾਜ ਸਭਾ ਦੇ ਪੱਧਰ ਦਾ ਬਾਈਕਾਟ ਕੀਤਾ ਸੀ, ਉਹਨਾਂ ਨੇ ਸਦਨ ਦੇ ਆਗੂ ਗੁਲਾਮ ਨਬੀ ਆਜ਼ਾਦ ਦੇ ਕੈਬਿਨ 'ਚ ਮੁਲਾਕਾਤ ਕੀਤੀ ਹੈ। ਇਸ ਬੈਠਕ ਦੌਰਾਨ ਸੰਸਦ ਦੁਆਰਾ ਪਾਸ ਖੇਤੀ ਬਿੱਲ ਤੇ ਉਹਨਾਂ ਦੇ ਅੱਗੇ ਦੀ ਰਣਨੀਤੀ ਤੇ ਚਰਚਾ ਹੋਈ ਹੈ। ਸੂਤਰਾਂ ਮੁਤਾਬਕ ਖੇਤੀ ਬਿੱਲ ਨੂੰ ਲੈ ਕੇ ਜਾਰੀ ਵਿਰੋਧ ਵਿੱਚ ਕੁਝ ਵਿਰੋਧੀ ਆਗੂਆਂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਰਾਜ ਸਭਾ ਵਿੱਚ ਵਿਰੋਧੀ ਦੇ ਆਗੂ ਗੁਲਾਮ ਨਬੀ ਆਜ਼ਾਦ ਦੇ ਭਾਸ਼ਣ ਤੋਂ ਬਾਅਦ ਵਿਰੋਧੀ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਕਾਰਵਾਈ ਦਾ ਬਾਈਕਾਟ ਕੀਤਾ ਸੀ। ਵਿਰੋਧੀ ਆਗੂਆਂ ਨੇ ਰਾਜ ਸਭਾ ਤੋਂ ਬਾਅਦ ਵਾਕਆਊਟ ਕੀਤਾ ਤੇ ਸੰਸਦ ਕੰਪਲੈਕਸ ਵਿੱਚ ਮਹਾਤਮਾ ਗਾਂਧੀ ਦੀ ਪ੍ਰਤਿਮਾ ਸਾਹਮਣੇ ਧਰਨਾ ਦਿੱਤਾ। ਕਾਂਗਰਸੀ ਆਗੂ ਨਵਜੋਤ ਸਿੱਧੂ ਕਿਸਾਨ ਬਿੱਲ ਦੇ ਵਿਰੋਧ ਵਿੱਚ ਅੰਮ੍ਰਿਤਸਰ ਵਿੱਚ ਸੜਕ ਤੇ ਉਤਰ ਆਏ ਨੇ। ਉਹਨਾਂ ਨੇ ਭੰਡਾਰੀ ਪੁਲ ਤੋਂ ਅੰਮ੍ਰਿਤਸਰ ਦੇ ਹਾਲ ਗੇਟ ਤੱਕ ਮਾਰਚ ਵਿੱਚ ਹਿੱਸਾ ਲਿਆ। ਸਿੱਧੂ ਨਾਲ ਸੈਂਕੜੇ ਸਮਰਥਕ ਵੀ ਨਜ਼ਰ ਆਏ ਨੇ। ਇਸ ਦੌਰਾਨ ਉਹਨਾਂ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸਾਨ ਬਿੱਲ ਜਮਾਖੋਰੀ ਨੂੰ ਹੁਲਾਰਾ ਦੇਵੇਗਾ, ਕਿ ਸਰਕਾਰ ਰੋਟੀ ਨੂੰ ਜ਼ਰੂਰੀ ਚੀਜ਼ ਨਹੀਂ ਮੰਨਦਾ। ਦੱਸ ਦਈਏ ਕਿ ਪ੍ਰਦਰਸ਼ਨ ਵਿੱਚ ਸਿੱਧੂ ਟਰੈਕਟਰ ਤੇ ਸਵਾਰ ਹੋਏ ਨਜ਼ਰ ਆਏ। ਇਸ ਰੋਸ ਵਿੱਚ ਕਈ ਟਰੈਕਟਰਾਂ ਸਮੇਤ ਕਿਸਾਨਾਂ ਨੇ ਹਿੱਸਾ ਲਿਆ। ਉਹਨਾਂ ਦੇ ਹੱਥਾਂ ਵਿੱਚ ਤਖਤੀਆਂ ਸੀ ਤੇ ਕੁਝ ਨਾ ਤੇ ਕਾਲੇ ਝੰਡੇ ਵੀ ਫੜੇ ਹੋਏ ਸੀ। ਸਿੱਧੂ ਕਰੀਬ 1 ਸਾਲ ਬਾਅਦ ਮੈਦਾਨ ਵਿੱਚ ਦਾਖਲ ਹੋਏ ਨੇ। ਕੈਬਨਿਟ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਉਹਨਾਂ ਨੇ 1 ਸਾਲ ਚੁੱਪ ਰੱਖੀ। ਉਹ ਕਿਤੇ ਨਜ਼ਰ ਨਹੀਂ ਆਏ। ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕਿਸਾਨੀ ਹੱਕਾਂ ਤੇ ਖੇਤੀ ਬਿੱਲਾਂ ਦੇ ਰੂਪ 'ਚ ਮਾਰੇ ਡਾਕੇ ਦਾ ਹਿਸਾਬ ਲੈਣ ਲਈ ਲੋਕ ਇਨਸਾਫ ਪਾਰਟੀ ਦਾ ਇੱਕ ਵੱਡਾ ਕਾਫਲਾ ਮੋਟਰਸਾਈਕਲਾਂ ਤੇ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਸੰਸਦ ਨੂੰ ਘੇਰਨ ਲਈ ਰਵਾਨਾ ਹੋਇਆ। ਪਰ ਜਦੋਂ ਇਹ ਕਾਫਲਾ ਸ਼ੰਭੂ ਬਾਰਡਰ ਤੇ ਪਹੁੰਚਿਆ ਤਾਂ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਰੋਕਿਆ ਤੇ ਕਿਸਾਨਾਂ ਤੇ ਬੈਂਸ ਭਰਾਵਾਂ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਬੈਰੀਗੇਡਿੰਗ ਲਾ ਕੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ। ਇਸ ਮੌਕੇ ਪਾਰਟੀ ਸੁਪਰੀਮੋ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਖੇਤੀ ਬਿੱਲ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਬਠਿੰਡਾ 'ਚ ਕਿਸਾਨਾਂ ਨਾਲ ਭਰੀ ਬੱਸ ਖੜੇ ਟਰੱਕ 'ਚ ਵੱਜਣ ਨਾਲ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਤੇ ਤਕਰੀਬਨ 15 ਕਿਸਾਨ ਫੱਟੜ ਹੋ ਗਏ ਨੇ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਹਸਪਤਾਲ 'ਚ ਜ਼ਖਮੀਆਂ ਦਾ ਹਾਲ ਜਾਣਨ ਪਹੁੰਚੇ ਨੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜ਼ਖਮੀਆਂ ਦੇ ਇਲਾਜ ਦਾ ਖਰਚਾ ਚੁੱਕੇਗੀ। ਉਹਨਾਂ ਇਹ ਵੀ ਕਿਹਾ ਕਿ ਮ੍ਰਿਤਕ ਕਿਸਾਨ ਨੂੰ ਮੁਆਵਜ਼ਾ ਵੀ ਦਿੱਤਾ ਜਾਵੇਗਾ। दुख की घड़ी है और जिस भी इंसान के सीने च दिल है तो उन्होंने इस गल का बेहद अफसोस है कि कल 15 लोग जोड़े है धरने तो आ रहे हैं वो जख्मी हो गए। एक बंदा वो जान तो हत्थों बैठे, 2 सीरीयस है। तो असी उचेचा तौर पर डिस्ट्रिक्ट एडमिनिस्ट्रेशन ते पंजाब सरकार कि उन्हों का जोड़ा सारा इलाज वगैरह है वो सरकार करावेगी। जिन्हां दे सट्टां वजियां उन्होंने मुनासिब रकम जिहड़ी है वो उन्होंने परिवारां नूं मुहैया कराई जाएगी और एक जिहड़े इंसान की मौत हैगी उन्होंने सरकार कॉम्पनसेशन। जाखड़ साहब पहलां ही फरमा के गए हैं कि जिन्हां बंदियां ने ये नौबत लैके आए, ये नौबत च आई कि जिहदे वजह नाल ये धरने लगे तो वो अखलाकी तौर पर तो जिम्मेवार।
ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਕੱਲ ਰਾਤ ਵਾਪਰੀ ਹੈ, ਜਿਹਦੇ ਵਿੱਚ ਕਿਸਾਨਾਂ ਤੋਂ ਭਰੀ ਬੱਸ ਜਿਹੜੀ ਦੁਰਘਟਨਾਗ੍ਰਸਤ ਹੋਈ ਹੈ। ਉਹਨਾਂ ਦੇ ਜਿਹੜੇ ਜ਼ਖਮੀ ਇੱਥੇ ਐਡਮਿਟ ਹੈ, ਇੱਕ ਸ਼ਹੀਦ ਹੋ ਗਏ ਇਸ ਮੋਰਚੇ ਦੇ ਅੰਦਰ। ਆ ਕਿਸਾਨਾਂ ਦਾ ਮੋਰਚਾ ਹੈ। ਮੇਰਾ ਮੰਨਣਾ ਹੈ ਕਿਸਾਨੀ ਆਪਣੇ ਆਪ 'ਚ ਇੱਕ ਸੰਘਰਸ਼ ਹੈ, ਕਿਸਾਨ ਦੀ ਜ਼ਿੰਦਗੀ ਇੱਕ ਸੰਘਰਸ਼ ਹੈ। ਪਰ ਆਹ ਜਿਹੜੀ ਕੋਈ ਕੁਦਰਤੀ ਆਪਦਾ ਨਹੀਂ, ਆ ਇੱਕ ਸਰਕਾਰ ਦੀ ਬਣਾਈ ਹੋਈ ਆਪਦਾ ਹੈ, ਜਿਹਦੇ ਨਾਲ ਲੜਦੇ ਹੋਏ ਸਾਡਾ ਇੱਕ ਕਿਸਾਨ ਸਾਥੀ ਵੀਰ ਸ਼ਹੀਦ ਹੋਏ ਹੈ। 2 ਇੱਥੇ ਐਡਮਿਟ ਹੈ ਜਿਹੜੇ ਸੀਰੀਅਸ ਹੈ। ਡਾਕਟਰ ਸਾਹਿਬ ਕਹਿ ਰਹੇ ਵੀ ਇੱਕ ਦੀ ਹਾਲਾਤ ਠੀਕ ਹੈ, ਇੱਕ ਦਾ ਜੇ ਪਹਿਲਾਂ ਨਾਲੋਂ ਬਿਹਤਰ ਹੈ, ਕਿਉਂਕਿ ਸਿਰ 'ਚ ਚੋਟ ਉਹਨਾਂ ਦੇ ਲੱਗੀ ਹੈ। ਖੇਤੀ ਬਿੱਲਾਂ ਖਿਲਾਫ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਹਰਿਆਣਾ ਇਕਾਈ ਵੱਲੋਂ ਕੁਰੂਕਸ਼ੇਤਰ ਦੇ ਵੀਰਵਾਰ 6ਵੀਂ ਪਾਤਸ਼ਾਹ 'ਚ 3 ਖੇਤੀ ਬਿੱਲਾਂ ਨੂੰ ਲੈ ਕੇ ਬੈਠਕ ਹੋਈ ਹੈ। ਇਸ ਦੌਰਾਨ ਉਹਨਾਂ ਕਿਹਾ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਸੀ ਤੇ 25 ਸਤੰਬਰ ਨੂੰ ਪੰਜਾਬ ਬੰਦ ਦੌਰਾਨ ਵੀ ਉਹਨਾਂ ਦੀ ਪਾਰਟੀ ਦਾ ਕਿਸਾਨਾਂ ਨੂੰ ਸਮਰਥਨ ਹੈ। ਅਕਾਲੀ ਦਲ ਨੇ ਹਰ ਅੰਦੋਲਨ ਵਿੱਚ ਕਿਸਾਨਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ। ਅਕਾਲੀ ਦਲ ਹਰਿਆਣਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੋਥਾ ਦੀ ਅਗਵਾਈ ਵਿੱਚ ਬੈਠਕ 'ਚ ਸਰਕਾਰ ਦੇ ਸਹਿਯੋਗੀ ਦਲ ਦੇ ਲੀਡਰਾਂ ਨੂੰ ਹਰਸਿਮਰਤ ਕੌਰ ਬਾਦਲ ਦੀ ਤਰ੍ਹਾਂ ਅਸਤੀਫਾ ਦੇਣ ਦੀ ਨਸੀਹਤ ਦਿੱਤੀ ਸੀ। ਅਕਾਲੀ ਦਲ ਹਰਿਆਣਾ ਦੇ ਬੁਲਾਰੇ ਕਮਲਜੀਤ ਸਿੰਘ ਅਜ਼ਰਾਨਾ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਅਪੀਲ ਹੈ ਕਿ ਉਹ ਖੇਤੀ ਬਿੱਲਾਂ ਤੇ ਦਸਤਖਤ ਨਾ ਕਰਨ। ਉਹਨਾਂ ਕਿਹਾ ਕਿ ਜੇਕਰ ਉਹਨਾਂ ਇਹਨਾਂ ਬਿੱਲ ਤੇ ਦਸਤਖਤ ਕੀਤੇ ਤਾਂ ਇਹ ਕਿਸਾਨਾਂ ਦੇ ਡੈਥ ਵਾਰੰਟ ਤੇ ਦਸਤਖਤ ਹੋਣਗੇ। ਉਹਨਾਂ ਇਹ ਵੀ ਕਿਹਾ ਕਿ ਇਸ ਬਿੱਲ ਦੇ ਲਾਗੂ ਹੋ ਜਾਣ ਨਾਲ ਕਿੰਨੇ ਕਿਸਾਨਾਂ ਦੀ ਮੌਤ ਹੋਵੇਗੀ ਤੇ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਜਿਹੜਾ ਕਿ ਪਾਰਟੀ ਹਾਂਜੀ ਇਹਨਾਂ ਨੂੰ ਹੈਗਾ ਇਹ ਵੀ ਮਤਲਬ ਇਹ ਕਾਂਗਰਸ ਕਿਸਾਨਾਂ ਨਾਲ ਖਲੋਤੇ, ਜਿਹੜੇ ਇਹਨਾਂ ਨੇ MP ਬਣੇ ਅਸਤੀਫਾ ਦੇਣ, ਉੱਥੋਂ ਪਤਾ ਲੱਗੇ। ਸਾਡੇ ਅਸੀਂ ਆਪਣੇ ਉੱਥੇ ਮੰਤਰੀ ਪਦ ਤੋਂ ਅਸਤੀਫਾ ਦੇ ਕੇ ਆਈ ਸਾਡੀ ਪਾਰਟੀ, ਕਿਸਾਨਾਂ ਦੇ ਹਿੱਤ ਵਾਸਤੇ ਆਈ ਆ, ਤੇ ਕਾਂਗਰਸ ਵੀ ਦਵੇ, ਪਤਾ ਲੱਗ ਜਾਏਗਾ। ਕਲਾਕਾਰ ਤੋਂ ਦੇਖੋ ਸਾਰੇ ਆ ਗਏ ਕਿਸਾਨ ਦੇ ਨਾਲ। ਅੱਜ ਹਰ ਵਰਗ ਜਿਹੜਾ ਹੈ ਮਤਲਬ ਕਿਸਾਨ ਦੇ ਨਾਲ ਮੋਢਾ ਲਾ ਕੇ ਖਲੋਤਾ ਹੈ ਕਿ ਕਿਸਾਨ ਜੀਵਤ ਰਹੇਗਾ ਤੇ ਤਾਂ ਹੀ ਸਾਡਾ ਇੰਡੀਆ ਜਿਹੜਾ ਜੀਵਤ ਰਹੇਗਾ। ਜੇ ਕਿਸਾਨ ਮਰਦਾ ਤੇ ਸਾਡੇ ਸਾਰਾ ਇੰਡੀਆ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣ ਵਾਲਾ। ਅੱਜ ਜੋ ਕੇਂਦਰ ਸਰਕਾਰ ਨੇ 3 ਆਦੇਸ਼ ਜਿਹੜੇ ਜ਼ਬਰਦਸਤੀ ਕਿਸਾਨਾਂ ਦੇ ਥੋਪ ਦਿੱਤੇ ਨੇ, ਉਹਦੀ ਵਾਸਤੇ ਅੱਜ ਕੁਰੂਕਸ਼ੇਤਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਇਕਾਈ ਦੀ ਜੋ ਮੀਟਿੰਗ ਹੋਈ ਹੈ, ਤੇ ਉਹਦੇ ਵਿੱਚ ਇਹ ਪਾਸ ਕੀਤਾ ਗਿਆ ਕਿ ਜੋ ਵੀ ਕਿਸਾਨਾਂ ਦੇ ਸੰਘਰਸ਼ ਹੋਏਗਾ, ਮੋਢੇ ਦੇ ਨਾਲ ਮੋਢਾ ਲਾ ਕੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਖੜੀ ਹੋਏਗੀ। ਭਾਵੇਂ ਉਹ ਜੇਲ੍ਹ ਭਰੋ ਅੰਦੋਲਨ ਹੋਵੇ, ਭਾਵੇਂ ਰਸਤੇ ਰੋਕਣ ਦਾ ਅੰਦੋਲਨ ਹੋਵੇ, ਭਾਵੇਂ ਭੁੱਖ ਹੜਤਾਲ ਦਾ ਅੰਦੋਲਨ ਹੋਵੇ, ਕੋਈ ਵੀ ਅੰਦੋਲਨ ਹੋਵੇ, ਜੋ ਵੀ ਕਿਸਾਨ ਯੂਨੀਅਨ ਕਰੇਗੀ ਉਹਦੇ ਨਾਲ ਵੱਧ ਚੜ੍ਹ ਕੇ ਸ਼੍ਰੋਮਣੀ ਅਕਾਲੀ ਦਲ ਦਾ ਹਰ ਇੱਕ ਕਾਰਜਕਰਤਾ ਭਾਗ ਲਏਗਾ। ਜੰਮੂ ਕਸ਼ਮੀਰ ਰਾਸ਼ਟਰ ਭਾਸ਼ਾ ਬਿੱਲ 2020 ਰਾਜ ਸਭਾ ਵਿੱਚ ਪਾਸ ਹੋ ਗਿਆ। ਰਾਜ ਸਭਾ ਵਿੱਚ ਆਵਾਜ਼ ਮਤ ਨਾਲ ਬਿੱਲ ਨੂੰ ਪਾਸ ਕੀਤਾ ਗਿਆ। ਇਸ ਬਿੱਲ ਵਿੱਚ ਉਰਦੂ ਅਤੇ ਅੰਗਰੇਜ਼ੀ ਨਾਲ ਡੋਗਰੀ, ਹਿੰਦੀ ਅਤੇ ਕਸ਼ਮੀਰੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਅਧਿਕਾਰਿਤ ਭਾਸ਼ਾਵਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਲੋਕ ਸਭਾ ਇਸ ਬਿੱਲ ਨੂੰ ਮੰਗਲਵਾਰ ਯਾਨੀ ਕਿ ਕੱਲ ਪਾਸ ਕਰ ਚੁੱਕਾ ਹੈ। ਉਧਰ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਅੱਜ ਕਿਹਾ ਕਿ ਸਰਕਾਰ ਜੰਮੂ ਕਸ਼ਮੀਰ ਵਿੱਚ ਸਾਰੇ ਖੇਤਰੀ ਭਾਸ਼ਾਵਾਂ ਨੂੰ ਹੱਲਾਸ਼ੇਰੀ ਦੇਣ ਅਤੇ ਉਹਨਾਂ ਦੇ ਵਿਕਾਸ ਪ੍ਰਤੀ ਵਚਨਬੱਧ ਹੈ। ਰੈਡੀ ਨੇ ਰਾਜ ਸਭਾ ਵਿੱਚ ਜੰਮੂ ਕਸ਼ਮੀਰ ਅਧਿਕਾਰਤ ਭਾਸ਼ਾ ਬਿੱਲ 2020 ਤੇ ਸੰਖੇਪ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ ਲੋਕਾਂ ਦੀ ਬਹੁਤ ਪੁਰਾਣੀ ਮੰਗ ਸੀ ਕਿ ਡੋਗਰੀ, ਹਿੰਦੀ ਅਤੇ ਕਸ਼ਮੀਰੀ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਦਿੱਤਾ ਜਾਣਾ ਚਾਹੀਦਾ। ਉਹਨਾਂ ਦੇ ਜਵਾਬ ਤੋਂ ਬਾਅਦ ਸਦਨ ਨੇ ਬਿੱਲ ਨੂੰ ਆਵਾਜ਼ ਮਤ ਨਾਲ ਪਾਸ ਕਰ ਦਿੱਤਾ, ਜਿਸ ਨਾਲ ਇਸ ਤੇ ਸੰਸਦ ਦੀ ਮੋਹਰ ਲੱਗ ਗਈ ਹੈ। ਬਿੱਲ ਪਾਸ ਹੋਣ ਦੇ ਸਮੇਂ ਵਿਰੋਧੀ ਧਿਰ ਦੇ ਕਈ ਦਲ ਸਦਨ ਵਿੱਚ ਮੌਜੂਦ ਨਹੀਂ ਸਨ। ਰੈਡੀ ਨੇ ਅੱਗੇ ਕਿਹਾ ਕਿ ਸਰਕਾਰ ਮੈਂਬਰਾਂ ਦੀ ਭਾਵਨਾ ਮੁਤਾਬਿਕ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਾਰੀਆਂ ਖੇਤਰੀ ਭਾਸ਼ਾਵਾਂ, ਖਾਸ ਤੌਰ ਤੇ ਪੰਜਾਬੀ ਪਹਾੜੀ ਦੇ ਵਿਕਾਸ ਲਈ ਵਚਨਬੱਧ ਹੈ। ਇਹਨਾਂ ਭਾਸ਼ਾਵਾਂ ਦੇ ਵਿਕਾਸ ਦੇ ਸੰਬੰਧ ਵਿੱਚ ਬਿੱਲ 'ਚ ਵੀ ਵਿਵਸਥਾਵਾਂ ਕੀਤੀਆਂ ਗਈਆਂ ਨੇ। ਰਾਜ ਸਭਾ ਦੀ 252ਵੇਂ ਸੈਸ਼ਨ ਦੀ ਕਾਰਵਾਈ ਕੋਰੋਨਾ ਵਾਇਰਸ ਕਾਰਨ ਪੈਦਾ ਅਸਾਧਾਰਨ ਸਥਿਤੀ ਦੇ ਮੱਦੇਨਜ਼ਰ ਬੁੱਧਵਾਰ ਨੂੰ ਤੈਅ ਮਿਆਦ ਤੋਂ ਪਹਿਲਾਂ ਹੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਅੱਜ ਵਿਰੋਧੀ ਦਲਾਂ ਦੀ ਗੈਰ ਮੌਜੂਦਗੀ ਵਿੱਚ ਰਾਜ ਸਭਾ ਨੇ ਮਜ਼ਦੂਰਾਂ ਦੇ ਕਲਿਆਣ ਅਤੇ ਉਹਨਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨ ਵਾਲੇ ਸਮਾਜਿਕ ਸੁਰੱਖਿਆ ਕੋਡ 2020, ਉਦਯੋਗਿਕ ਸੰਬੰਧ ਜ਼ਾਬਤਾ 2020 ਅਤੇ ਕਿੱਤਾ ਮੁਖੀ ਸੁਰੱਖਿਆ, ਸਿਹਤ ਅਤੇ ਕਾਰਜਕਾਰੀ ਕੋਡ ਬਿੱਲ 2020 ਬੁੱਧਵਾਰ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤੇ ਨੇ। ਇਸ ਦੇ ਨਾਲ ਹੀ ਇਹਨਾਂ ਤਿੰਨਾਂ ਬਿੱਲਾਂ ਦੇ ਸੰਸਦ ਦੀ ਮੋਹਰ ਲੱਗ ਗਈ ਹੈ। ਲੋਕ ਸਭਾ ਇਹਨਾਂ ਨੂੰ ਪਹਿਲਾਂ ਹੀ ਪਾਸ ਕਰ ਚੁੱਕੀ ਹੈ। ਉਧਰ ਰਾਜ ਸਭਾ ਦੇ ਸਪੀਕਰ ਐਮ ਵੈਂਕਈਆ ਨਾਇਡੂ ਨੇ ਮਾਨਸੂਨ ਸੈਸ਼ਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਜਾਣ ਤੋਂ ਪਹਿਲਾਂ ਆਪਣੇ ਸਮਾਪਨ ਭਾਸ਼ਾ ਵਿੱਚ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਈਆਂ ਅਸਾਧਾਰਨ ਸਥਿਤੀਆਂ ਨੂੰ ਦੇਖਦੇ ਹੋਏ ਕਾਰਵਾਈ ਤੈਅ ਤਾਰੀਖ ਆਉਣ ਵਾਲੀ 1 ਅਕਤੂਬਰ ਤੋਂ ਪਹਿਲਾਂ ਅੱਜ ਹੀ ਮੁਲਤਵੀ ਕੀਤੀ ਜਾ ਰਹੀ ਹੈ।
ਸੈਸ਼ਨ ਦੀ ਸ਼ੁਰੂਆਤ 14 ਸਤੰਬਰ ਨੂੰ ਵਿਸ਼ੇਸ਼ ਸੁਰੱਖਿਆ ਅਤੇ ਸਿਹਤ ਸੰਬੰਧੀ ਚੌਕਸੀ ਕਦਮਾਂ ਨਾਲ ਸ਼ੁਰੂ ਹੋਈ ਸੀ। ਨਾਇਡੂ ਨੇ ਕਿਹਾ ਕਿ ਤੈਅ ਪ੍ਰੋਗਰਾਮ ਅਨੁਸਾਰ ਇਸ ਸੈਸ਼ਨ ਵਿੱਚ ਸਦਨ ਦੀਆਂ 18 ਬੈਠਕਾਂ ਹੋਣੀਆਂ ਸਨ, ਪਰ ਸਿਰਫ 10 ਬੈਠਕਾਂ ਹੀ ਹੋ ਸਕੀਆਂ ਨੇ। ਉਹਨਾਂ ਨੇ ਸੈਸ਼ਨ ਦੌਰਾਨ ਕੰਮਕਾਰ ਤੇ ਸੰਤੋਸ਼ ਜ਼ਾਹਰ ਕੀਤਾ, ਪਰ ਇਸ ਦੌਰਾਨ ਸਦਨ ਵਿੱਚ ਵਿਰੋਧੀ ਧਿਰ ਦੇ ਰਵੱਈਏ ਨੂੰ ਲੈ ਕੇ ਚਿੰਤਾ ਵੀ ਜ਼ਾਹਰ ਕੀਤੀ ਹੈ। ਉਹਨਾਂ ਨੇ ਉਮੀਦ ਜਤਾਈ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦਾ ਗਲਤ ਆਚਰਣ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਇਸ ਦੌਰਾਨ 25 ਬਿੱਲ ਪਾਸ ਕੀਤੇ ਗਏ ਨੇ ਤੇ 6 ਪੇਸ਼ ਕੀਤੇ ਗਏ ਨੇ। ਜ਼ੀਰੋ ਕਾਲ ਵਿੱਚ 92 ਅਤੇ ਵਿਸ਼ੇਸ਼ ਜ਼ਿਕਰ ਦੇ ਅਧੀਨ 62 ਮੁੱਦੇ ਚੁੱਕੇ ਗਏ ਨੇ। ਇਸ ਤੋਂ ਇਲਾਵਾ ਰੱਖਿਆ ਮੰਤਰੀ ਨੇ ਚੀਨ ਸਰਹੱਦ ਤੇ ਸਥਿਤੀ ਅਤੇ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾਕਟਰ ਹਰਸ਼ਵਰਧਨ ਨੇ ਕੋਰੋਨਾ ਮਹਾਮਾਰੀ ਦੇ ਸਬੰਧ ਵਿੱਚ ਹਾਜ਼ਰ ਕੀਤੇ। ਭਾਰਤ 'ਚ ਮਹਾਮਾਰੀ ਦੇ ਇੱਕ ਦਿਨ ਵਿੱਚ 83,347 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੋਕਾਂ ਦੀ ਕੁੱਲ ਗਿਣਤੀ 56 ਲੱਖ ਤੋਂ ਵੱਧ ਹੋ ਗਈ ਹੈ, ਜਿਨ੍ਹਾਂ ਵਿੱਚੋਂ 45 ਲੱਖ ਤੋਂ ਵੱਧ ਸਿਹਤਯਾਬ ਹੋ ਚੁੱਕੇ ਨੇ। ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਦੇਸ਼ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 81.25% ਹੋ ਗਈ ਹੈ। ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 83,347 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਇਨਫੈਕਸ਼ਨ ਦੇ ਮਾਮਲੇ ਵੱਧ ਕੇ 56,46,010 ਹੋ ਗਏ ਨੇ। ਉੱਥੇ ਹੀ 1,085 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 90,020 ਹੋ ਗਈ ਹੈ। ਦੇਸ਼ ਵਿੱਚ ਹੁਣ ਤੱਕ 45,87,613 ਲੋਕ ਸਿਹਤਯਾਬ ਹੋ ਚੁੱਕੇ ਨੇ। ਇਸ ਦੇ ਨਾਲ ਹੀ ਪੰਜਾਬ ਵਿੱਚ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਜ਼ਿਲ੍ਹਾ ਗੁਰਦਾਸਪੁਰ ਅੰਦਰ ਕੋਰੋਨਾ ਪੋਜ਼ਿਟਿਵ ਕੇਸ ਲਗਾਤਾਰ ਵਧਦੇ ਜਾ ਰਹੇ ਨੇ। ਅੱਜ ਜ਼ਿਲ੍ਹਾ ਗੁਰਦਾਸਪੁਰ ਅੰਦਰ ਕੋਰੋਨਾ ਮਹਾਮਾਰੀ ਨੇ 4 ਹੋਰ ਲੋਕਾਂ ਦੀ ਜਾਨ ਲੈ ਲਈ ਹੈ, ਜਿਸ ਨਾਲ ਜ਼ਿਲ੍ਹੇ ਅੰਦਰ ਕੁੱਲ ਮੌਤਾਂ ਦੀ ਗਿਣਤੀ ਵੱਧ ਕੇ 119 ਹੋ ਗਈ ਹੈ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਕਾਰਨ 2 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹਨਾਂ ਵਿੱਚੋਂ ਇੱਕ ਮਰੀਜ਼ ਸ਼੍ਰੀ ਮੁਕਤਸਰ ਸਾਹਿਬ ਅਤੇ ਇੱਕ ਮਰੀਜ਼ ਪਿੰਡ ਬੁਰਜ ਸਿੱਧਵਾਂ ਨਾਲ ਸੰਬੰਧਿਤ ਹੈ। ਇਸ ਤੋਂ ਇਲਾਵਾ 32 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋਂ ਸ਼੍ਰੀ ਮੁਕਤਸਰ ਸਾਹਿਬ ਦੇ 5, ਮਲੋਟ ਦੇ 14, ਗਿੱਦੜਬਾਹਾ ਦੇ 2, ਪਿੰਡ ਪੱਕੀ ਟਿੱਬੀ ਦੇ 4, ਮੰਡੀ ਕਿੱਲਿਆਂਵਾਲੀ ਦੇ 2, ਪਿੰਡ ਧਿਗਾਣਾ ਦਾ 1, ਪਿੰਡ ਵੱਟੂ ਦਾ 1, ਪਿੰਡ ਛਤਿਆਣੇ ਦਾ 1, ਪਿੰਡ ਰਣਜੀਤਗੜ੍ਹ ਦਾ 1 ਅਤੇ ਪਿੰਡ ਬੂਰਜ ਸਿੱਧਵਾਂ ਦਾ 1 ਮਰੀਜ਼ ਸ਼ਾਮਲ ਹੈ, ਜਦਕਿ 27 ਮਰੀਜ਼ ਅੱਜ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਦੀ ਬੈਠਕ ਵਿੱਚ ਸਟੇਟ ਵਿਜੀਲੈਂਸ ਕਮਿਸ਼ਨ ਨੂੰ ਮੁੜ ਲਿਆਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਜਨਤਕ ਸੇਵਾਵਾਂ ਵਿੱਚ ਪਰਦਾਸ਼ਤ ਲਿਆਉਣ ਅਤੇ ਰਿਸ਼ਵਤਖੋਰੀ ਦੂਰ ਕਰਨ ਦੇ ਲਈ ਕੈਬਨਿਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਸਾਲ 2006 ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਕਾਰਜਕਾਲ ਦੌਰਾਨ ਇਸ ਕਮਿਸ਼ਨ ਦੀ ਸਥਾਪਤੀ ਕੀਤੀ ਗਈ ਸੀ, ਪਰ ਸਾਲ 2007 ਵਿੱਚ ਬਣੀ ਅਕਾਲੀ ਦਲ ਦੀ ਸਰਕਾਰ ਨੇ ਇਸ ਨੂੰ ਖਤਮ ਕਰ ਦਿੱਤਾ ਹੈ। ਪੰਜਾਬ ਕੈਬਨਿਟ ਪੰਜਾਬ ਪੁਲਿਸ 'ਚ SSPD ਅਤੇ C ਅਤੇ ਉੱਪਰਲੇ ਦਰਜੇ ਦੇ ਪੁਲਿਸ ਅਧਿਕਾਰੀਆਂ ਵਿਰੁੱਧ ਗੰਭੀਰ ਦੁਰਾਚਾਰ ਦੋਸ਼ਾਂ ਦੀ ਜਾਂਚ ਲਈ ਬਣਾਏ ਗਏ ਪੰਜਾਬ ਰਾਜ ਪੁਲਿਸ ਸ਼ਿਕਾਇਤ ਅਥਾਰਟੀ ਦੇ ਨਿਯਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਰਾਜ ਪੁਲਿਸ ਸ਼ਿਕਾਇਤ ਅਥਾਰਟੀ ਦੀ ਸਥਾਪਨਾ ਇਸ ਸਾਲ ਦੇ ਸ਼ੁਰੂ ਵਿੱਚ ਕੀਤੀ ਗਈ ਸੀ। ਪੰਜਾਬ ਕੈਬਨਿਟ ਨੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਦੀ ਭਰਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਨਾਲ ਸਰਕਾਰੀ ਸਕੂਲਾਂ ਦੀ ਨਿੱਜੀ ਸੰਸਥਾਵਾਂ ਨਾਲ ਮੁਕਾਬਲੇਬਾਜ਼ੀ ਵਧੇਗੀ ਅਤੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਵੀ ਵਧੇਗਾ। ਸਰਕਾਰੀ ਅਤੇ ਨਿੱਜੀ ਮੈਡੀਕਲ ਕਾਲਜਾਂ ਵਿੱਚ ਮੈਡੀਕਲ ਸਿੱਖਿਆ ਤੇ ਢਾਂਚਾਗਤ ਸਹੂਲਤਾਂ ਮਜ਼ਬੂਤ ਕਰਨ ਲਈ ਪੰਜਾਬ ਕੈਬਨਿਟ ਦੀ ਬੈਠਕ ਵਿੱਚ ਅਕਾਦਮਿਕ ਸੈਸ਼ਨ 2020-21 ਤੋਂ ਵੱਖ-ਵੱਖ ਨਰਸਿੰਗ ਕੋਰਸਾਂ ਦੀ ਫੀਸ ਤੇ ਢਾਂਚੇ ਨੂੰ ਸੋਧਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕੈਬਨਿਟ ਦੇ ਫੈਸਲੇ ਮੁਤਾਬਕ ਫੀਸ ਵਿੱਚ ਵਾਧਾ ਸਿਰਫ ਸੈਸ਼ਨ 2020-21 ਤੋਂ ਨਵੀਂ ਐਡਮਿਸ਼ਨ ਵਾਲੇ ਨਵੇਂ ਵਿਦਿਆਰਥੀਆਂ ਤੇ ਸੰਭਾਵੀ ਤੌਰ ਤੇ ਲਾਗੂ ਹੋਵੇਗਾ। ਇਸ ਤੋਂ ਇਲਾਵਾ ਪੁਰਾਣੇ ਵਿਦਿਆਰਥੀ ਪਹਿਲਾਂ ਵਾਲੀ ਪੁਰਾਣੀ ਫੀਸ ਹੀ ਦੇਣਗੇ। ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਅਹਿਮਦਨਗਰ ਸਥਿਤ KK ਰੇਂਜ 'ਚ ਲੇਜ਼ਰ ਨਿਰਦੇਸ਼ਿਤ ਟੈਂਕ ਰੋਧੀ ਮਿਜ਼ਾਈਲ ਦਾ ਅਰਜੁਨ ਟੈਂਕ ਤੋਂ ਸਫਲਤਾਪੂਰਵਕ ਪ੍ਰੀਖਣ ਕੀਤਾ। ਪ੍ਰੀਖਣ ਦੌਰਾਨ ਟੈਂਕ ਰੋਧੀ ਮਿਜ਼ਾਈਲ ਨੇ 3 ਕਿਲੋਮੀਟਰ ਦੂਰ ਸਥਿਤ ਟੀਚੇ ਤੇ ਸਿੱਧਾ ਨਿਸ਼ਾਨਾ ਲਗਾਇਆ। ਇਸ ਮਿਜ਼ਾਈਲ ਨੂੰ ਕਈ ਪਲੇਟਫਾਰਮ ਤੋਂ ਲਾਂਚ ਕੀਤੇ ਜਾਣ ਦੀ ਸਮਰੱਥਾ ਨਾਲ ਵਿਕਸਿਤ ਕੀਤਾ ਗਿਆ ਅਤੇ ਹਾਲ ਹੀ ਇਸ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਇਹ ਮਿਜ਼ਾਈਲ ਪੁਣੇ ਸਥਿਤ ਆਰਮਮੈਂਟ ਰਿਸਰਚ ਐਂਡ ਡਿਵੈਲਪਮੈਂਟ ਇਸਟੈਬਲਿਸ਼ਮੈਂਟ ਹਾਈ ਐਨਰਜੀ ਮਟੀਰੀਅਲ ਰਿਸਰਚ ਲੈਬੋਰੇਟਰੀ ਅਤੇ ਦੇਹਰਾਦੂਨ ਸਥਿਤ ਇੰਸਟਰੂਮੈਂਟ ਰਿਸਰਚ ਐਂਡ ਡਿਵੈਲਪਮੈਂਟ ਇਸਟੈਬਲਿਸ਼ਮੈਂਟ ਨੇ ਮਿਲ ਕੇ ਵਿਕਸਿਤ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟੈਂਕ ਰੋਧੀ ਮਿਜ਼ਾਈਲ ਦੇ ਸਫਲ ਪ੍ਰੀਖਣ ਲਈ DRDO ਨੂੰ ਵਧਾਈ ਦਿੱਤੀ ਹੈ। DRDO ਦੇ ਚੇਅਰਮੈਨ ਨੇ ਵੀ ਸਾਰੇ ਵਿਗਿਆਨੀਆਂ ਦੀ ਮਿਜ਼ਾਈਲ ਤੇ ਸਫਲ ਪ੍ਰੀਖਣ ਲਈ ਸ਼ਲਾਘਾ ਕੀਤੀ। ਸਾਬਕਾ DGP ਸਮੇਤ ਸੈਣੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਸੈਣੀ ਨੂੰ ਸਰਵਿਸ ਦੌਰਾਨ ਸਾਰੇ ਮਾਮਲਿਆਂ ਵਿੱਚ ਬਲੈਂਕਟ ਬੇਲ ਦੇ ਦਿੱਤੀ ਹੈ।
ਇਸ ਦੇ ਨਾਲ ਹੀ ਉਸ ਤੋਂ ਗ੍ਰਿਫਤਾਰੀ ਦਾ ਖਤਰਾ ਟਲ ਗਿਆ। ਸੈਣੀ ਖਿਲਾਫ ਕਈ ਮਾਮਲੇ ਹਨ ਜਿਸ ਕਰਕੇ ਉਸ ਨੂੰ ਗ੍ਰਿਫਤਾਰੀ ਦਾ ਡਰ ਸੀ। ਦਰਅਸਲ ਸੁਪਰੀਮ ਕੋਰਟ ਤੋਂ ਮੁਲਤਾਨੀ ਕੇਸ ਵਿੱਚ ਮਿਲੀ ਆਰਜੀ ਜ਼ਮਾਨਤ ਮਗਰੋਂ ਪੰਜਾਬ ਪੁਲਿਸ ਨੇ ਸੈਣੀ ਖਿਲਾਫ ਮੁੜ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਸੀ। ਮੋਹਾਲੀ ਪੁਲਿਸ ਨੇ ਸੇਵਾ ਮੁਕਤ IAS ਅਫਸਰ ਦੇ ਪੁੱਤਰ ਦੇ ਸਿਸਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਤੇ ਲਾਪਤਾ ਕਰਨ ਦੇ ਕੇਸ ਵਿੱਚ ਸੈਣੀ ਤਲਬ ਕੀਤਾ ਸੀ। ਸੈਣੀ ਨੂੰ ਨੋਟਿਸ ਜਾਰੀ ਕਰਕੇ ਅੱਜ ਮਟੌਰ ਥਾਣੇ ਵਿੱਚ ਸਿੱਟ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਯਾਦ ਰਹੇ ਸੈਣੀ ਖਿਲਾਫ 3 ਦਹਾਕੇ ਪਹਿਲਾਂ ਮੁਲਤਾਨੀ ਨੂੰ ਅਗਵਾ ਕਰਨ ਮਗਰੋਂ ਭੇਤ ਭਰੀ ਹਾਲਤ ਵਿੱਚ ਲਾਪਤਾ ਕਰਨ ਜਿਹੇ ਗੰਭੀਰ ਦੋਸ਼ਾਂ ਤਹਿਤ ਕੇਸ ਚੱਲ ਰਿਹਾ ਹੈ। ਪੁਲਿਸ ਸੈਣੀ ਦੀ ਗ੍ਰਿਫਤਾਰੀ ਚਾਹੁੰਦੀ ਸੀ ਪਰ ਸੁਪਰੀਮ ਕੋਰਟ ਨੇ ਸਾਬਕਾ DGP ਨੂੰ ਆਰਜੀ ਰਾਹਤ ਦੇ ਦਿੱਤੀ ਸੀ। ਅਦਾਲਤ ਨੇ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਸੀ। ਇਸ ਲਈ ਸੈਣੀ ਨੂੰ ਖਤਰਾ ਸੀ ਕਿ ਉਹਨਾਂ ਨੇ ਕਿਸੇ ਹੋਰ ਕੇਸ ਵਿੱਚ ਗ੍ਰਿਫਤਾਰੀ ਹੋ ਸਕਦੀ ਹੈ। ਨਾਭਾ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਮੁਤਾਬਕ 25 ਸਤੰਬਰ ਦਿਨ ਸ਼ੁੱਕਰਵਾਰ ਨੂੰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲ ਦੇ ਖਿਲਾਫ ਰੋਸ ਧਰਨਾ ਦੇਣ ਸੰਬੰਧੀ ਇੱਕ ਵਿਸ਼ੇਸ਼ ਬੈਠਕ ਕੀਤੀ ਗਈ ਹੈ। ਇਸ ਬੈਠਕ ਵਿੱਚ ਪਾਰਟੀ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਸ਼ਾਮਲ ਹੋਏ ਨੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਮੁਖੀ ਬਾਬੂ ਕਬੀਰ ਦਾਸ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਵੀ ਕਿਸਾਨ ਵਿਰੋਧੀ ਬਿੱਲ ਲਿਆ ਕੇ ਕਿਸਾਨਾਂ ਦਾ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੇ ਵਪਾਰੀਆਂ, ਮਜ਼ਦੂਰਾਂ ਅਤੇ ਆਮ ਨਾਗਰਿਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਜੋ ਕਿ ਨਾ ਬਰਦਾਸ਼ਤਯੋਗ ਹੈ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ 25 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਸਥਾਨਕ ਨਾਭਾ ਪਟਿਆਲਾ ਰੋਡ ਅਤੇ ਰਾਧਾ ਸਵਾਮੀ ਚੌਂਕ ਵਿਖੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਤਾਂ ਜੋ ਕੇਂਦਰ ਦੀ ਬੋਲੀ ਮੋਦੀ ਸਰਕਾਰ ਦੇ ਕੰਨ ਖੁੱਲ੍ਹ ਸਕਣ। ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਮੈਂ ਸਮਝਦਾ ਇੱਕ ਇਤਿਹਾਸਕ ਫੈਸਲਾ ਕੀਤਾ। ਇਹ ਇਤਿਹਾਸਕ ਫੈਸਲਾ ਨਾ ਤਾਂ ਅੱਜ ਤੱਕ ਕਿਸੇ ਵੀ ਪਾਰਟੀ ਨੇ ਕੀਤਾ ਔਰ ਨਾ ਹੀ ਕਿਸੇ ਨੂੰ ਕਰਨ ਦੀ ਪਰਮਾਤਮਾ ਨੇ ਬਲ ਬਖਸ਼ਿਆ ਹੋਇਆ। ਇਤਿਹਾਸ 'ਚ ਪਹਿਲੀ ਵਾਰੀ ਹੈ ਕਿਸਾਨਾਂ ਦੇ ਹੱਕ 'ਚ ਲੋਕਾਂ ਦੀ ਬਾਤ ਤੇ ਸ਼੍ਰੋਮਣੀ ਅਕਾਲੀ ਦਲ 'ਚ ਬੀਬਾ ਜੀ ਨੇ ਤਿਆਗ ਪੱਤਰ ਦਿੱਤਾ ਹੋਵੇ। ਔਰ ਅੱਜ ਉਹੀ ਲੋਕ ਜਿਹੜੇ ਕਹਿ ਰਹੇ ਸੀ ਵੀ ਜੇ ਕਿਸਾਨਾਂ ਦੇ ਤਹਾਸ਼ੀ ਹੈ ਤਾਂ ਇਹਨਾਂ ਨੂੰ ਰਿਜ਼ਾਈਨ ਦੇਣਾ ਚਾਹੀਦਾ, ਤਾਂ ਬੀਬਾ ਜੀ ਨੇ ਤਾਂ ਰਿਜ਼ਾਈਨ ਦੇਤਾ। ਜਿਹੜਾ ਇਹ ਨਾਗਰਾ ਨੇ ਡਰਾਮਾ ਕਰਿਆ ਰਿਜ਼ਾਈਨ ਦੇ ਕੇ ਔਰ ਉਹਦਾ ਫੇਰ ਵਾਪਸ ਲੈ ਲਿਆ। ਡਰਾਮਾ ਇਹ ਕਾਂਗਰਸ ਵਾਲਿਆਂ ਦਾ। ਬੀਬਾ ਜੀ ਨੇ ਤਾਂ ਦਿਖਾਤਾ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਰਿਜ਼ਾਈਨ ਦੇਤਾ। ਸੋ ਜਿਹੜੀ ਕਾਂਗਰਸ ਪਾਰਟੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਿਹੜਾ ਇਹਨਾਂ ਨੇ 17 ਦੇ ਵਿੱਚ ਝੂਠ ਬੋਲ ਕੇ ਸਰਕਾਰ ਬਣਾਈ ਸੀ, ਉਸ ਨੂੰ ਪਰਦਾ ਪਾਉਣ ਵਾਸਤੇ ਇਹਨਾਂ ਦੇ ਦਿਮਾਗ 'ਚ ਇਹ ਗੱਲ ਆ ਗਈ ਵੀ ਕਿਸਾਨ ਤਾਂ ਹੁਣ ਸਾਡੇ ਆਖੇ ਲੱਗਣ ਲੱਗ ਗਏ। ਐਸੀ ਕੋਈ ਗੱਲ ਨਹੀਂ ਹੈ। ਕਿਸਾਨਾਂ ਦਾ ਜਿਹੜਾ ਲੀਡਰ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਔਰ ਉਹਨਾਂ ਤੋਂ ਵੱਡਾ ਕੋਈ ਕਿਸਾਨੀ ਦਾ ਲੀਡਰ ਪੰਜਾਬ ਦੇ ਵਿੱਚ ਹੋ ਨਹੀਂ ਸਕਦਾ। ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇੱਕ ਹੰਗਾਮੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਸਰਦਾਰ ਕੁਲਵੰਤ ਸਿੰਘ ਮੰਨਨ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਖੇਤੀ ਬਿੱਲਾਂ ਨੂੰ ਲੈ ਕੇ 25 ਸਤੰਬਰ ਨੂੰ ਹੋਣ ਵਾਲੇ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਅਹਿਮ ਵਿਚਾਰਾਂ ਹੋਈਆਂ। ਮੀਟਿੰਗ ਵਿੱਚ ਕਿਸਾਨ ਖੇਤੀ ਬਿੱਲਾਂ ਨੂੰ ਲੈ ਕੇ ਫੈਸਲਾ ਲਿਆ ਗਿਆ ਕਿ ਸਰਕਾਰ ਪ੍ਰਤੀ ਰੋਸ ਮੁਜ਼ਾਹਰਾ ਕਰਦਿਆਂ ਵੱਖ-ਵੱਖ ਥਾਵਾਂ ਤੇ ਜਲੰਧਰ ਵਿਖੇ ਧਰਨੇ ਲਗਾਏ ਜਾਣਗੇ। ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਮੋਰਚਾ ਔਲਖ ਜਥੇਬੰਦੀ ਵੱਲੋਂ ਗੁਰਦੁਆਰਾ ਰਾਜਾ ਰਾਮ ਵਿੱਚ ਇਕੱਠੇ ਹੋਏ ਹਰਚੋਵਾਲ ਚੌਂਕ ਵਿੱਚ ਧਰਨਾ ਲਗਾਇਆ ਗਿਆ। ਕਿਸਾਨ ਮੋਰਚਾ ਜਥੇਬੰਦੀ ਦੇ ਪ੍ਰਧਾਨ ਸੋਨੂ ਔਲਖ ਅਤੇ ਰਾਜਨਬੀਰ ਸਿੰਘ ਨੇ ਦੱਸਿਆ ਕਿ ਅੱਜ ਵੱਡੀ ਗਿਣਤੀ ਵਿੱਚ ਲੋਕ ਘਰਾਂ ਵਿੱਚੋਂ ਨਿਕਲ ਕੇ ਸਾਡੇ ਨਾਲ ਧਰਨੇ ਵਿੱਚ ਸ਼ਾਮਲ ਹੋਏ ਨੇ। ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਜੋ ਕਿਸਾਨ ਮਾਰੂ ਆਰਡੀਨੈਂਸ ਬਿੱਲ ਪਾਸ ਕੀਤੇ ਗਏ ਹਨ, ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਾਬਾ ਫਰੀਦ ਜੀ ਦਾ ਆਗਮਨ ਪੁਰਬ ਫਰੀਦਕੋਟ ਵਿਖੇ ਬੜੇ ਸੁਚੱਜੇ ਢੰਗ ਨਾਲ ਮਨਾਇਆ ਗਿਆ ਤੇ ਮਹਾਮਾਰੀ ਦੇ ਮੱਦੇਨਜ਼ਰ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਗਈ ਹੈ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ। ਇਸ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਵਿਸ਼ਾਲ ਸੇਤੀਆ, ਬਾਬਾ ਫਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਸੇਖੋਂ ਨੇ ਸ਼ਮੂਲੀਅਤ ਕੀਤੀ ਹੈ। मैं गुरजात सिंह सेखों सेवादार गुरुद्वारा गोदड़ी साहब बाबा फरीद अज 23 सतंबर बाबा फरीद जी के आगमन पुरब की फरीदकोट वासियों को लख लख बधाई दिंदा हाँ। अज अखंड पाठ साहब के भोग पाए गए उपरंत बाबा फरीद जी के श्लोक गोदड़ी साहब जी के पेज के उपर लाइव पढ़े गए। उस तो बाद मैं जो खास चीज़ अज की मैं देखी है कि जो संगतां दे विच असीं बेनती कीती सी कि सोशल डिस्टेंसिंग मेनटेन करके रखनी है, घर च बैठ के आगमन पुरब मनाउण, वो संगतां ने प्रवान की साडी बेनती
ਅੱਜ ਦੇਖਿਆ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕੀਤੀ, ਨਾਲ ਮਰਿਆਦਾ ਵੀ ਬਹਾਲ ਰੱਖੀ, ਮੱਥਾ ਟੇਕਣ ਵੀ ਆਏ, ਪਰ ਸਾਰਿਆਂ ਨੇ ਮਾਸਕ ਪਹਿਨੇ ਹੋਏ ਸਨ, ਕਈਆਂ ਨੇ ਤਾਂ ਗਲਵਜ਼ ਵੀ ਪਾਏ ਹੋਏ ਸਨ। ਮੈਂ ਸਾਰੇ ਫਰੀਦਕੋਟ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਲੁਧਿਆਣਾ ਦੇ ਪੰਚਮ ਹਸਪਤਾਲ 'ਚ ਡਾਇਲਿਸਿਸ ਮਸ਼ੀਨ ਦਿੱਤੀ ਗਈ ਹੈ। ਟਰਸਟ ਦੇ ਐਮਡੀ ਡਾਕਟਰ ਐਸਪੀ ਸਿੰਘ ਉਬਰਾਏ ਨੇ ਕਿਹਾ ਕਿ ਟਰਸਟ ਵੱਲੋਂ HIV ਮਰੀਜ਼ਾਂ ਦੀ ਸਹੂਲਤ ਲਈ ਡਾਇਲਿਸਿਸ ਯੂਨਿਟ ਲਾਈ ਗਈ ਹੈ। ਉਹਨਾਂ ਕਿਹਾ ਕਿ ਟਰਸਟ ਵੱਲੋਂ ਸਸਤੇ ਭਾਅ ਤੇ ਡਾਇਲਿਸਿਸ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਟਰਸਟ ਵੱਲੋਂ ਅਜਿਹੇ ਕਾਰਜ ਅੱਗੇ ਵੀ ਜਾਰੀ ਰਹਿਣਗੇ। ਪੰਚਮ ਹਸਪਤਾਲ ਦੇ ਐਮਡੀ ਡਾਕਟਰ ਆਰਪੀ ਸਿੰਘ ਨੇ ਡਾਕਟਰ ਉਬਰਾਏ ਦਾ ਧੰਨਵਾਦ ਕੀਤਾ। ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਕਿ ਪੰਜਾਬ ਵਿੱਚ ਕਿਡਨੀ ਦੇ ਕਾਫੀ ਪੇਸ਼ੈਂਟ ਨੇ ਜਿਨ੍ਹਾਂ ਨੂੰ ਡਾਇਲਿਸਿਸ ਕਰਾਉਣਾ ਪੈਂਦਾ, ਜਿਹੜਾ ਕਿ ਬਹੁਤ ਮਹਿੰਗਾ ਹੋ ਚੁੱਕਾ ਸੀ। ਜਿਹੜਾ ਕੰਮ ਹਜ਼ਾਰਾਂ ਦੀ ਗਿਣਤੀ 'ਚ ਹੁੰਦਾ ਸੀ, ਹਜ਼ਾਰਾਂ ਰੁਪਏ ਖਰਚ ਕਰਨੇ ਪੈਂਦੇ ਸੀ, ਇਹ ਸੀ ਜਿੱਥੇ ਯੂਨਿਟ ਲਾਏ ਨੇ ਆਪਣੇ, ਇਹ 'ਚ ਸੈਂਕੜੇ 'ਚ ਆ ਗਈ ਗੱਲ। ਉਹ ਅਗਰ ਇੱਕ ਪੇਸ਼ੈਂਟ ਨੂੰ 35-40 ਹਜ਼ਾਰ ਦਾ ਖਰਚਾ ਹੁੰਦਾ ਸੀ ਤੇ ਅੱਜ ਸਿਰਫ 4-5 ਹਜ਼ਾਰ ਦੇ ਵਿੱਚ ਉਹਦੇ ਜਿਹੜੇ 8 ਜਿਹੜੇ ਡਾਇਲਿਸਿਸ ਤੇ ਹੋ ਜਾਂਦੇ ਨੇ। ਲੁਧਿਆਣੇ ਵਿੱਚ ਪੰਚਮ ਹਸਪੀਟਲ ਇੱਥੇ ਇੱਕ ਸਾਡੀ ਰਿਕੁਆਇਰਮੈਂਟ ਆਈ ਸੀ ਕਿ HIV ਦੇ ਪੇਸ਼ੈਂਟ ਜਿਹੜੇ ਸੀ 1-2 ਸੀਗੇ ਸਾਡੇ ਕੋਲ, ਉਹਨਾਂ ਦਾ ਡਾਇਲਿਸਿਸ ਜਿਹੜਾ ਨਹੀਂ ਸੀ ਹੋ ਰਿਹਾ ਕਿਤੇ ਵੀ। DMC 'ਚ ਕਰਾ ਰਹੇ ਸੀ, ਬੜਾ ਮਹਿੰਗਾ ਸੀ, ਉਹ ਵੀ 5-6 ਹਜ਼ਾਰ ਰੁਪਏ ਖਰਚ ਹੁੰਦਾ ਸੀ। ਇਸ ਕਰਕੇ ਇੱਥੇ ਇੱਕ ਯੂਨਿਟ ਲਾਇਆ ਗਿਆ ਸੀ ਪਿਛਲੇ ਮਹੀਨੇ ਦੀ 13 ਤਰੀਕ ਨੂੰ, ਤੇ ਉਹ ਪੇਸ਼ੈਂਟ ਹੁਣ 650 ਰੁਪਏ 'ਚ ਇੱਥੇ ਡਾਇਲਿਸਿਸ ਕਰਾ ਰਹੇ ਨੇ। ਤੇ ਇੱਥੇ ਕੋਈ ਕਾਫੀ ਲੋਡ ਹੈਗਾ। ਪਹਿਲਾਂ ਆਲਰੇਡੀ 4 ਯੂਨਿਟ ਲੱਗੇ ਸੀ, ਪੰਜਵਾਂ ਲੋਕ ਆਇਆ ਸੀ ਤੇ ਮੈਂ ਉਦੋਂ ਕਿਹਾ ਸੀ ਕਿ 1 ਯੂਨਿਟ ਅਸੀਂ ਹੋਰ ਲਾ ਦਾਂਗੇ, ਤੇ ਅੱਜ ਜਿਹੜਾ 1 ਯੂਨਿਟ ਅਸੀਂ ਹੋਰ ਲਾ ਕੇ ਤੇ 6 ਉਹਨਾਂ ਦੇ ਬੈੱਡ ਸੀਗੇ, 6 ਯੂਨਿਟ ਲੱਗ ਕੇ ਤੇ ਇਹ ਸਾਰਾ ਜਿਹੜਾ ਸਾਡਾ ਸੈਂਟਰ ਹੈ ਇਹ ਪੂਰਾ ਕੰਪਲੀਟ ਹੋ ਗਿਆ। ਸਾਡੇ ਆਲਰੇਡੀ 23 ਸਰਕਾਰੀ ਹਸਪੀਟਲ, ਸਿਵਲ ਹਸਪੀਟਲ, ਇੱਕ ਰਜਿੰਦਰਾ ਹਸਪੀਟਲ ਤੇ PGI, ਇਹਨਾਂ ਵਿੱਚ ਸਾਡੇ ਆਲਰੇਡੀ ਚੱਲ ਰਹੇ ਨੇ। ਇਸ ਤੋਂ ਇਲਾਵਾ ਸਾਡੇ 42 ਜਿਹੜੇ ਪ੍ਰਾਈਵੇਟ ਹਸਪੀਟਲ ਨੇ, ਉੱਥੇ ਵੀ ਕਿਤੇ 2 ਯੂਨਿਟ ਨੇ, ਕਿਤੇ 4 ਯੂਨਿਟ ਹੈ, ਕਿਤੇ 5 ਯੂਨਿਟ ਹੈ ਸਾਡੇ। ਇਸ ਤਰੀਕੇ ਨਾਲ ਟੋਟਲ ਮਿਲਾ ਕੇ 108 ਯੂਨਿਟ ਸਾਡੇ ਆਲਰੇਡੀ ਪੰਜਾਬ 'ਚ ਚੱਲ ਰਹੇ ਨੇ। ਤਕਰੀਬਨ 9 ਸਟੇਟਾਂ 'ਚ ਅਸੀਂ ਕੰਮ ਕਰ ਰਹੇ ਹਾਂ। ਸਾਡੇ ਹਿਮਾਚਲ 'ਚ ਵੀ ਲੱਗੇ ਨੇ, ਸਾਡੇ 8 ਯੂਨਿਟ ਹਿਮਾਚਲ 'ਚ ਲੱਗੇ ਹੋਏ ਨੇ, 22 ਯੂਨਿਟ ਸਾਡੇ ਹਰਿਆਣੇ 'ਚ ਲੱਗੇ ਹੋਏ ਨੇ, ਰਾਜਸਥਾਨ 'ਚ 4 ਯੂਨਿਟ ਲੱਗੇ ਹੋਏ ਨੇ, ਇਸ ਤੋਂ ਇਲਾਵਾ ਕੋਚੀਨ 'ਚ ਲੱਗੇ ਨੇ ਸਾਡੇ। ਸੋ ਇਸ ਤਰੀਕੇ ਨਾਲ ਤਕਰੀਬਨ 186 ਯੂਨਿਟ ਟੋਟਲ ਹੁਣ ਤੱਕ ਜਿਹੜੇ ਉਹ ਲੱਗ ਚੁੱਕੇ ਨੇ। ਮੈਂ ਡਾਕਟਰ ਆਰਪੀ ਸਿੰਘ, ਮੈਨੇਜਿੰਗ ਡਾਇਰੈਕਟਰ ਪੰਚਮ ਹਸਪੀਟਲ ਵੱਲੋਂ ਔਰ ਸਾਰੇ ਸਟਾਫ ਵੱਲੋਂ ਉਬਰਾਏ ਸਾਹਿਬ ਦਾ ਔਰ ਸਰਬੱਤ ਦਾ ਭਲਾ ਟਰਸਟ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਕਿ ਮੇਰੀ ਰਿਕੁਐਸਟ ਨੂੰ ਮੰਨਦਿਆਂ ਹੋਇਆਂ ਗਰੀਬ ਮਰੀਜ਼ਾਂ ਦੇ ਇਲਾਜ ਵਾਸਤੇ ਇੱਕ ਮਸ਼ੀਨ ਸਾਨੂੰ 13 ਤਰੀਕ ਨੂੰ ਦਿੱਤੀ ਸੀ ਪਿਛਲੇ ਮਹੀਨੇ, ਇੱਕ ਮਸ਼ੀਨ ਹੋਰ ਦਿੱਤੀ ਹੈ। ਔਰ ਇਹਨਾਂ ਦੇ ਵਿੱਚ ਜਿਹੜੇ ਇੱਕ ਮਸ਼ੀਨ ਦੇ ਉੱਤੇ ਜਿਹੜੇ HIV ਪੇਸ਼ੈਂਟ ਹੈ ਉਹਨਾਂ ਦਾ ਡਾਇਲਿਸਿਸ ਹੋਏਗਾ ਔਰ ਉਹਨਾਂ ਨੂੰ ਸਿਰਫ 750 ਰੁਪਏ ਦੇਣਾ ਪਏਗਾ ਇੱਕ ਡਾਇਲਿਸਿਸ ਵਾਸਤੇ। ਬਾਕੀ ਇਹ ਸਾਨੂੰ ਜਿਹੜਾ ਸਮਾਨ ਲੱਗਣਾ ਉਹ ਵੀ ਨਾਲ ਸਪਾਂਸਰ ਕਰ ਰਹੇ ਆ, ਤੇ ਇਹਦੇ ਵਿੱਚ ਮੈਂ ਇਹ ਆਪਣੇ ਵੱਲੋਂ ਸਾਰੇ ਲੋਕਾਂ ਨੂੰ ਤਾਕੀਦ ਕਰਦਾ ਕਿ ਜਿਹੜੇ ਵੀ HIV ਪੇਸ਼ੈਂਟ ਹੈ ਜਿਨ੍ਹਾਂ ਦਾ ਬਹੁਤ ਮਹਿੰਗਾ ਡਾਇਲਿਸਿਸ ਹੋ ਰਿਹਾ, ਉਹ ਇੱਥੇ ਆ ਕੇ ਆਪਣੀਆਂ ਸੇਵਾਵਾਂ ਲੈਣ। ਇੱਕ ਮਸ਼ੀਨ ਜਿਹੜੀ ਅੱਜ ਦਿੱਤੀ ਗਈ ਆ ਉਹਦੇ ਵਾਸਤੇ ਜਿਹੜੇ ਗਰੀਬ ਮਰੀਜ਼ ਹੈ ਉਹਨਾਂ ਦਾ ਡਾਇਲਿਸਿਸ ਜਿਹੜਾ ਵਾ ਉਹ ਵੀ ਸਬਸਿਡਾਈਜ਼ ਰੇਟ ਤੇ ਹੀ ਕੀਤਾ ਜਾਏਗਾ। ਔਰ ਜਿਨ੍ਹਾਂ ਨੂੰ ਮਤਲਬ ਕਿ ਸਰਬੱਤ ਦਾ ਭਲਾ ਟਰਸਟ ਵੱਲੋਂ ਸਪਾਂਸਰ ਲੈਟਰ ਮਿਲੇਗਾ, ਉਹਨਾਂ ਦਾ ਅਸੀਂ ਇੱਥੇ ਇਲਾਜ ਇਸੇ ਰੇਟ ਦੇ ਵਿੱਚ ਹੀ ਉਹਨਾਂ ਦਾ ਇਲਾਜ ਵੀ ਕੀਤਾ ਜਾਏਗਾ ਨਾਲ ਦੀ ਨਾਲ। ਔਰ ਮੈਂ ਦੁਬਾਰਾ ਇੱਕ ਵਾਰੀ ਉਬਰਾਏ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਜਿਹੜੇ ਕਿ ਮਾਨਵਤਾ ਦੀ ਇੰਨੀ ਜ਼ਿਆਦਾ ਸੇਵਾ ਕਰ ਰਹੇ ਆ ਔਰ ਗਰੀਬਾਂ ਦੇ ਪ੍ਰਤੀ ਉਹਨਾਂ ਦੀ ਜਿਹੜੀ ਸੋਚ ਹੈ ਉਹ ਬਹੁਤ ਹੀ ਅੱਛੀ ਹੈ ਔਰ ਉਹਦੇ ਨਾਲ ਗਰੀਬ ਮਰੀਜ਼ ਕਾਫੀ ਫਾਇਦਾ ਉਠਾ ਰਹੇ ਨੇ। ਅੱਜ ਡਾਕਟਰ SP ਸਿੰਘ ਉਬਰਾਏ ਦੀ ਅਗਵਾਈ ਦੇ ਵਿੱਚ ਪਹਿਲਾਂ ਤਾਂ ਉੱਥੇ ਇੱਕ ਬੈਨ ਦਿੱਤੀ ਗਈ, ਜਿਹੜੀ ਉਹ ਸ਼ਬ ਬੈਨ ਕਹਿੰਦੇ ਆ ਜੀ, ਪੁਲਿਸ ਲਾਈਨ ਦੇ ਵਿੱਚ। ਉੱਥੇ ਸਾਡੇ CP ਸਾਹਿਬ ਸ਼੍ਰੀ ਰਕੇਸ਼ ਅਗਰਵਾਲ ਜੀ, DC ਸਾਹਿਬ ਵਰਿੰਦਰ ਸ਼ਰਮਾ ਜੀ ਤੇ ਡਾਕਟਰ SP ਸਿੰਘ ਉਬਰਾਏ, ਇਹਨਾਂ ਨੇ ਰਲ ਕੇ ਜੀ। ਉਸ ਤੋਂ ਬਾਅਦ ਹੁਣ ਪੰਚਮ ਦੇ ਵਿੱਚ ਉਬਰਾਏ ਸਾਹਿਬ ਦਾ ਚਰਨ ਪਵਾਏ ਨੇ ਜੀ, ਇਹਨਾਂ ਨੇ ਆਪਦੇ ਸ਼ੁਭ ਹੱਥਾਂ ਦੇ ਨਾਲ ਉਹਦਾ ਮਸ਼ੀਨ ਦਾ ਉਦਘਾਟਨ ਕਰਿਆ ਜੀ। ਇਹ ਪਿਛਲੀ 13 ਤਰੀਕ ਨੂੰ ਵੀ ਇੱਕ ਦਿੱਤੀ ਸੀ ਜਿਹੜੀ ਉਹਦੇ ਨਾਲ HIV ਦਾ ਸੀਗਾ ਜੀ। ਅੱਜ ਜਿਹੜੇ ਆਮ ਡਾਇਲਿਸਿਸ ਹੁੰਦੇ ਆ ਉਹਦਾ ਜੀ। ਫਿਲਹਾਲ ਇਸ ਪੰਜਾਬੀ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।